Now students, today we will learn about invention of the wheel। ਹੁਣ ਅਸੀਂ ਗੱਲ ਕਰਾਂਗੇ ਕਿ ਜੋ ਪਹੀਏ ਦੀ ਕਾਢ ਹੈ ਨਾ ਉਸ ਬਾਰੇ ਅਸੀਂ ਕਰਾਂਗੇ ਕਿਵੇਂ ਹੋਈ ਪਹੀਏ ਦੀ ਕਾਢ ਜੋ ਵੀਲ ਹੈ ਡਿਊਰਿੰਗ ਦਿਸ ਪੀਰੀਅਡ। ਸੋ ਇਸ ਮਿਆਦ ਦੇ ਦੌਰਾਨ, ਕਿਹੜੇ ਮਿਆਦ ਦੇ ਦੌਰਾਨ, ਕਿਸ ਪੀਰੀਅਡ ਦੌਰਾਨ? ਨਿਓਲਿਥਿਕ ਪੀਰੀਅਡ। ਸੋ ਇਸ ਯੁੱਗ ਦੇ ਹੀ ਦੌਰਾਨ ਦ ਵੀਲ ਵਾਜ਼ ਆਲਸੋ ਇਨਵੈਂਟਡ ਐਂਡ ਇਟ ਹੈਪਨਡ ਟੂ ਬੀ ਐਨ ਇੰਪੋਰਟੈਂਟ ਸਟੈਪ ਟੂਵਾਰਡਸ ਦ ਡਿਵੈਲਪਮੈਂਟ ਆਫ ਦ अर्ਲੀ ਹਿਊਮਨਸ। ਸੋ ਕਹਿੰਦੇ ਕਿ ਕੀ ਹੋਇਆ ਇਸ ਮਿਆਦ ਦੇ ਦੌਰਾਨ ਵੀ ਜੋ ਪਹੀਏ ਦੀ ਵੀ ਕਾਢ ਕੱਢੀ ਗਈ ਸੀ ਨਾ, ਵੀਲ ਵਾਜ਼ ਆਲਸੋ ਇਨਵੈਂਟਡ ਯਾਨੀ ਕਿ ਕਾਢ ਕੱਢੀ ਗਈ ਐਂਡ ਇਟ ਹੈਪਨ ਟੂ ਬੀ ਐਨ ਇੰਪੋਰਟੈਂਟ ਸਟੈਪ ਟੂਵਰਡਸ ਦ ਡਿਵੈਲਪਮੈਂਟ ਆਫ ਦ अर्ਲੀ ਹਿਊਮਨਸ। ਸੋ ਇਹ ਸ਼ੁਰੂਆਤੀ ਮਨੁੱਖਾਂ ਦੇ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਸੀ। ਲਿਟਲ ਇਜ਼ ਨੋਨ ਅਬਾਊਟ ਹਾਊ ਦ ਆਈਡੀਆ ਆਫ ਦ ਵੀਲ ਅਕਰ ਟੂ ਦ अर्ਲੀ ਹਿਊਮਨਸ। ਸੋ ਇਸ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਕਿ ਕਿਵੇਂ ਮੁੱਢਲੇ ਮਨੁੱਖਾਂ ਨੂੰ ਪਹੀਏ ਦਾ ਵਿਚਾਰ ਆਇਆ ਹੈ ਨਾ, ਇਸ ਬਾਰੇ ਕੁਛ ਅੰਦਾਜ਼ਾ ਨਹੀਂ ਲਗਾ ਸਕਦੇ। ਸੋ ਪਰਹੈਪਸ ਸ਼ਾਇਦ ਅ ਰੋਲਿੰਗ ਲੌਗ ਔਰ ਸਟੋਨ ਡਿਡ ਦਾ ਟ੍ਰਿਕ। ਸੋ ਸ਼ਾਇਦ ਕਹਿੰਦੇ ਕਿ ਜਾਂ ਆਪਾਂ ਕਹਿ ਸਕਦੇ ਹਾਂ ਕੋਈ ਰੁੱਖ ਦੀ ਤਣਾਅ ਦਾ ਹਿੱਸਾ ਜਾਂ ਲੱਕੜ ਦਾ ਕੁੰਦਾ ਹੋ ਗਿਆ ਹੈ ਨਾ, ਉਹ ਉਸਨੇ ਹੈਰਾਨ ਕਰ ਦਿੱਤਾ, ਯਾਨੀ ਕਿ ਡਿਡ ਦਾ ਟ੍ਰਿਕ ਯਾਨੀ ਕਿ ਇੱਕ ਹੈਰਾਨ ਕਰਨ ਵਾਲਾ ਦਾ ਉਹਨਾਂ ਦੇ ਸਾਹਮਣੇ ਆਇਆ ਹੈ ਨਾ, ਇੱਕ ਜੁਗਤ ਹੋਈ। ਕਿਸ ਤਰ੍ਹਾਂ ਕਿ ਇੱਕ ਘੁੰਮਦਾ ਹੋਇਆ ਲੱਕੜ ਦਾ ਜੋ ਕੁੰਦਾ ਹੁੰਦਾ ਹੈ ਜਾਂ ਗੱਟਾ ਕਹਿ ਦਈਏ, ਉਹਨਾਂ ਦੇ ਸਾਹਮਣੇ ਆਇਆ ਤਾਂ ਉਹ ਇੱਕਦਮ ਹੈਰਾਨ ਹੋ ਗਏ ਉਸਨੂੰ ਗੋਲ ਗੋਲ ਘੁੰਮਦੇ ਹੋਏ ਦੇਖਦੇ ਹੋਏ। ਠੀਕ ਹੈ, ਇੱਕਦਮ ਉਹ ਹੈਰਾਨ ਕਰਨ ਵਾਲੀ ਚੀਜ਼ ਸੀ ਉਹਨਾਂ ਵਾਸਤੇ। ਸੋ ਉੱਥੋਂ ਹੀ ਉਹਨਾਂ ਨੇ ਦਿਮਾਗ ਲਗਾਇਆ ਕਿ ਜੇ ਇਸ ਤਰੀਕੇ ਦਾ ਕੁਝ ਘੁੰਮਦਾ ਹੋਇਆ ਹੋਵੇ ਹੈ ਨਾ, ਜਿਸ 'ਤੇ ਅਸੀਂ ਸਮਾਨ ਢੋ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾ ਸਕੀਏ ਹੈ ਨਾ। ਸੋ ਇਸ ਚੀਜ਼ ਨੇ ਹੀ ਉਹਨਾਂ ਦਾ ਹੋਰ ਉਹਨਾਂ ਨੂੰ ਸੋਚ ਵਿੱਚ ਪਾਇਆ ਅਤੇ ਇਸ ਤਰੀਕੇ ਨਾਲ ਉਹਨਾਂ ਨੇ ਪਹੀਏ ਦੀ ਕਾਢ ਕੱਢੀ ਹੈ। ਠੀਕ ਹੈ, ਸੋ ਪੀਪਲ ਕੁਡ ਨਾਓ ਟਰੈਵਲ ਮੋਰ ਈਜ਼ੀਲੀ ਐਂਡ ਮੂਵ ਹੈਵੀ ਲੋਡਸ ਫਾਸਟਰ ਦੈਨ ਬਿਫੋਰ। ਸੋ ਕਹਿੰਦੇ ਕਿ ਲੋਕ ਹੁਣ ਵਧੇਰੇ ਆਸਾਨੀ ਨਾਲ ਯਾਤਰਾ ਕਰ ਸਕਦੇ ਹਨ ਅਤੇ ਭਾਰੀ ਤੋਂ ਭਾਰੀ ਭਾਰ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਲਿਜਾ ਸਕਦੇ ਸਨ। ਦ ਇਨਵੈਂਸ਼ਨ ਆਫ ਵੀਲ ਆਲਸੋ ਇੰਪਰੂਵਡ ਪੋਟਰੀ ਮੇਕਿੰਗ। ਸੋ ਕਹਿੰਦੇ ਕਿ ਪਹੀਏ ਦੀ ਕਾਢ ਨੇ ਵੀ ਬਰਤਨ ਬਣਾਉਣ ਦੇ ਵਿੱਚ ਵੀ ਸੁਧਾਰ ਲਿਆਉਂਦਾ। ਇਨਫੈਕਟ ਸੋ ਅਸਲ ਵਿੱਚ ਇਟ ਵਾਜ਼ ਡਿਊਰਿੰਗ ਦਿਸ ਏਜ ਦੈਟ ਦ ਪੋਟਰਸ ਵੀਲ ਕੇਮ ਟੂ ਬੀ ਯੂਜ਼ਡ। ਕਹਿੰਦੇ ਕਿ ਅਸਲ ਵਿੱਚ ਇਸੇ ਸਮੇਂ ਹੋਇਆ ਸੀ ਕਿ ਜੋ ਘੁਮਿਆਰਾਂ ਦੇ ਜੋ ਪਹੀਏ ਦਾ ਕੰਮ ਉਹ ਵੀ ਸ਼ੁਰੂ ਹੋ ਗਿਆ ਸੀ। ਸੋ ਨੈਕਸਟ, ਬਿਗਨਿੰਗ ਆਫ ਏ ਸੈਟਲਡ ਲਾਈਫ। ਸੋ ਹੁਣ ਸਥਾਪਿਤ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਅਸੀਂ ਗੱਲ ਕਰਾਂਗੇ। ਆਰਕੀਓਲੋਜਿਸਟ ਹੈਵ ਫਾਊਂਡ ਟ੍ਰੇਸਿਸ ਆਫ ਹਟਸ ਔਰ ਹਾਊਸਿਸ ਇਨ ਬੁਰਜ਼ਾਹਮ। ਬੁਰਜ਼ਾਹਮ ਦੇ ਵਿੱਚ ਕਹਿੰਦੇ ਕਿ ਪੁਰਾਤਤਵ ਵਿਗਿਆਨੀਆਂ ਨੂੰ ਬੁਰਜ਼ਾਹਮ ਵਿੱਚ ਝੌਂਪੜੀਆਂ ਜਾਂ ਘਰਾਂ ਦੇ ਨਿਸ਼ਾਨ ਮਿਲੇ ਹਨ। ਸੋ अर्ਲੀ ਹਿਊਮਨਸ ਬਿਲਟ ਪਿਟ ਹਾਊਸਿਸ ਵਿਚ ਵਰ ਡਗ ਇਨਟੂ ਦ ਗਰਾਊਂਡ ਵਿਦ ਸਟੇਅਰਸ ਔਰ ਸਟੈਪਸ ਇਨਸਾਈਡ ਦੈਮ। ਸੋ ਕਹਿੰਦੇ ਕਿ ਮੁੱਢਲੇ ਮਨੁੱਖਾਂ ਨੂੰ ਟੋਏ ਵਾਲੇ ਘਰ ਬਣਾਉਂਦੇ ਸਨ, ਜਿਹੜੇ अर्ਲੀ ਪੀਪਲ ਸੀਗੇ ਹੈ ਨਾ, ਜੋ ਲੋਕ ਸੀਗੇ ਉਹ ਕੀ ਕਰਦੇ ਸੀ, ਟੋਏ ਵਾਲੇ ਘਰ ਬਣਾਉਂਦੇ ਸਨ ਜੋ ਕਿ ਜ਼ਮੀਨ ਨੂੰ ਪੁੱਟ ਕੇ ਬਣਾਏ ਜਾਂਦੇ ਸਨ। ਜਿਵੇਂ ਆਪਾਂ ਕਹਿ ਸਕਦੇ ਭੋਰੇ ਹੁੰਦੇ ਨੇ ਨਾ, ਜ਼ਮੀਨ ਦੇ ਪੁੱਟ ਕੇ ਉਹਦੇ ਥੱਲੇ ਹੁੰਦੇ ਨੇ, ਜ਼ਮੀਨ ਦੇ ਅੰਦਰ ਬਣਾਏ ਜਾਂਦੇ ਨੇ ਜ਼ਮੀਨ ਨੂੰ ਪੁੱਟ ਕੇ। ਸੋ ਇਸ ਤਰ੍ਹਾਂ ਉਹ ਬਣਾਉਂਦੇ ਸਨ। ਉਹਦੇ ਵਿੱਚ ਕੀ ਸੀਗਾ, ਜ਼ਮੀਨ ਦੇ ਹੇਠਾਂ ਪੌੜੀਆਂ ਜਾਂਦੀਆਂ ਸੀਗੀਆਂ। ਸੋ ਉਹ ਜਾਂ ਫਿਰ ਪੌੜੀਆਂ ਅੰਦਰ ਨੂੰ ਹੁੰਦੀਆਂ ਸੀ ਹੈ ਨਾ, ਪੌੜੀਆਂ ਨੀਚੇ ਨੂੰ ਹੁੰਦੀਆਂ ਸੀ, ਜਾਂ ਫਿਰ ਜ਼ਮੀਨ ਦੇ ਥੱਲੇ ਨੂੰ ਆਪਾਂ ਪੌੜੀਆਂ ਤੋਂ ਉਤਰ ਕੇ ਨੀਚੇ ਜਾਂਦੇ ਸੀ। ਇਸ ਤਰ੍ਹਾਂ ਉਹਨਾਂ ਨੇ ਬਣਾਏ ਹੁੰਦੇ ਸਨ ਘਰ। ਸੋ ਦਿਸ ਮਾਈਟ ਬੀ ਫॉर ਪ੍ਰੋਟੈਕਸ਼ਨ ਫਰੋਮ ਕੋਲਡ ਵੈਦਰ। ਸੋ ਕਹਿੰਦੇ ਕਿ ਹੋ ਸਕਦਾ ਕਿ ਇਹ ਠੰਡੇ ਮੌਸਮ ਤੋਂ ਬਚਾ ਲਈ ਕਰਦੇ ਹੋਣ ਐਵੇਂ ਹੈ ਨਾ, ਇਸ ਲਈ ਬਣਾਏ ਹੁਣ ਉਹਨਾਂ ਨੇ। ਸੋ ਆਰਕੀਓਲੋਜਿਸਟ ਆਲਸੋ ਡਿਸਕਵਰਡ ਕੁਕਿੰਗ ਹਰਟਸ ਬੋਥ ਆਊਟਸਾਈਡ ਐਂਡ ਇਨਸਾਈਡ ਦ ਹਰਟਸ। ਸੋ ਪੁਰਾਤਤਵ ਵਿਗਿਆਨੀਆਂ ਨੇ ਖਾਣਾ ਬਣਾਉਣ ਵਾਲੀਆਂ ਜਿਹੜੀਆਂ ਅੰਗੀਠੀਆਂ ਹੁੰਦੀਆਂ ਨਾ, ਉਹਨਾਂ ਦੀ ਵੀ ਕਾਢ ਕੱਢੀ, ਉਹਨਾਂ ਨੂੰ ਵੀ ਉਹ ਵੀ ਮਿਲੀਆਂ ਉਹਨਾਂ ਨੂੰ। ਕੁਕਿੰਗ ਹਰਟਸ ਕੀ ਹੁੰਦਾ ਹੈ, ਅੰਗੀਠੀਆਂ। ਠੀਕ ਹੈ, ਸੋ ਦਿਸ ਸ਼ੋਜ਼ ਦੈਟ ਅਕੋਰਡਿੰਗ ਟੂ ਵੈਦਰ। ਸੋ ਇਸ ਤੋਂ ਇਹ ਸਾਨੂੰ ਪਤਾ ਲੱਗਦਾ ਹੈ ਕਿ ਜੋ ਵੀ ਅਕੋਰਡਿੰਗ ਟੂ ਵੈਦਰ ਹੈ ਨਾ, ਮੌਸਮ ਦੇ ਅਨੁਸਾਰ ਪੀਪਲ ਕੁਡ ਕੁਕ ਫੂਡ ਆਈਦਰ ਇਨਸਾਈਡ ਦਾ ਹਟ ਔਰ ਆਊਟਸਾਈਡ ਇਟ। ਇਹ ਲੋਕ ਜਿਹੜੇ ਝੋਪੜੀ ਦੇ ਅੰਦਰ ਜਾਂ ਬਾਹਰ ਵੀ ਉਹ ਖਾਣਾ ਪਕਾ ਸਕਦੇ ਸਨ। ਸੋ ਨੈਕਸਟ ਇਜ਼ ਵੰਡਰਫੁਲ ਟੂ ਨੋ ਬੁਰਜ਼ਾਹਮ ਇਨ ਜੰਮੂ ਐਂਡ ਕਸ਼ਮੀਰ। ਸੋ ਬੁਰਜ਼ਾਹਮ ਕਹਿੰਦੇ ਜੋ ਜੰਮੂ ਕਸ਼ਮੀਰ ਦੇ ਵਿੱਚ ਹੈ, ਹੈਜ਼ ਬੀਨ ਐਨ ਇੰਪੋਰਟੈਂਟ ਪ੍ਰੀ ਹਿਸਟੋਰੀਕਲ ਸਾਈਟ। ਉਹ ਇੱਕ ਮਹੱਤਵਪੂਰਨ ਪੂਰਵ ਇਤਿਹਾਸਿਕ ਸਥਾਨ ਰਿਹਾ ਹੈ। A stone slab with a painting done by early humans has been found here. ਸੋ ਇੱਕ ਪੱਥਰ ਦੀ ਫੱਟੀ ਹੈ ਨਾ, ਜਿਸ ਉੱਤੇ ਚਿੱਤਰਕਾਰੀ ਕੀਤੀ ਹੋਈ ਸੀ ਜੋ ਕਿ ਮੁੱਢਲੇ ਮਨੁੱਖਾਂ ਦੁਆਰਾ ਕੀਤੀ ਗਈ ਸੀ, ਉੱਥੇ ਮਿਲੀ ਉਹਨਾਂ ਨੂੰ। The painting depicts
ਹੁਣ ਪੇਂਟਿੰਗ ਕੀ ਦਰਸਾਉਂਦੀ ਹੈ, ਪੇਂਟਿੰਗ ਯਾਨੀ ਕਿ ਜੋ ਚਿੱਤਰਕਾਰੀ ਕੀਤੀ ਹੋਈ ਸੀ ਉਹ ਕੀ ਦਰਸਾਉਂਦੀ ਹੈ, ਡਿਪਿਕਟਸ ਮਤਲਬ ਦਰਸਾਉਣਾ ਹੈ ਨਾ। ਟੂ ਹੰਟਰਸ ਹੰਟਿੰਗ ਅ ਡੀਅਰ, ਕਿ ਜੋ ਸ਼ਿਕਾਰੀ ਇੱਕ ਹਿਰਨ ਦਾ ਸ਼ਿਕਾਰ ਕਰਦੇ ਹਨ, ਦੋ ਸ਼ਿਕਾਰੀ ਨੇ ਕੋਈ ਸ਼ਿਕਾਰ ਕਰ ਰਹੇ ਨੇ। charred remains of grains and seeds of cereals have also been found here। ਸੋ ਕਹਿੰਦੇ ਕਿ ਝੁਲਸੇ ਹੋਏ ਅਨਾਜ ਦੇ ਦਾਣੇ ਤੇ ਬੀਜ ਵੀ ਉੱਥੇ ਮਿਲੇ ਹਨ ਇਸ ਤਰੀਕੇ ਨਾਲ। ਸੋ ਨੈਕਸਟ there are MCQs, multiple choice questions। First is, during the new stone age human began to produce their own, ਕਹਿੰਦੇ ਕਿ ਨਿਊ ਸਟੋਨ ਏਜ ਦੇ ਦੌਰਾਨ ਜੋ ਮਨੁੱਖ ਸੀ ਉਸਨੇ ਕੀ ਕਰ ਦਿੱਤਾ ਸੀ, ਉਤਪਾਦ ਕਿਹਦਾ ਸਟਾਰਟ ਕਰ ਦਿੱਤਾ ਸੀ, ਮਨੀ ਦਾ, ਪੈਸਾ ਬਣਾਉਣਾ ਸ਼ੁਰੂ ਕੀਤਾ ਸੀ, ਮਸ਼ੀਨਸ ਕੇ ਫੂਡ, ਸੋ ਭੋਜਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ। ਸੋ ਸੈਕਿੰਡ ਹੈ ਡੈਸ਼ ਪੀਪਲ ਸਟਾਰਟਡ ਟੂ ਡੋਮੈਸਟੀਕੇਟ ਐਨੀਮਲਸ, ਕਿਹੜੇ ਲੋਕਾਂ ਨੇ ਜਾਨਵਰਾਂ ਦਾ ਪਸ਼ੂ ਪਾਲਣ ਜੋ ਹੁੰਦਾ ਹੈ ਜਾਨਵਰਾਂ ਦਾ ਪਾਲਣ ਪੋਸ਼ਣ ਕਰਨਾ ਸ਼ੁਰੂ ਕੀਤਾ। ਮੋਡਰਨ ਪੀਪਲ, ਨਿਓਲਿਥਿਕ ਔਰ ਪੈਲੀਓਲਿਥਿਕ, ਨਿਓਲਿਥਿਕ ਪੀਪਲ ਨੇ। ਸੋ ਨਿਓਲਿਥਿਕ ਪੀਪਲ ਸਟਾਰਟਡ ਟੂ ਡੋਮੈਸਟੀਕੇਟ ਐਨੀਮਲਸ। ਸੋ ਨੈਕਸਟ ਵਿਲ ਟਾਕ ਅਬਾਊਟ ਨਿਓਲਿਥਿਕ ਟੂਲਸ। ਹੁਣ ਅਸੀਂ ਨਿਓਲਿਥਿਕ ਪੀਰੀਅਡ ਦੇ ਦੌਰਾਨ ਜੋ ਟੂਲਸ ਸੀ ਕਿ ਸੰਦ ਵਰਤੇ ਗਏ ਸਨ ਉਹਨਾਂ ਬਾਰੇ ਗੱਲ ਕਰਾਂਗੇ, ਨਵੇਂ ਯੁੱਗ ਦੇ ਜੋ ਸੰਦ। ਸੋ ਮੋਟਾਰਸ ਐਂਡ ਪਿਸਟਲਸ ਹੈ ਨਾ, ਜੋ ਮੋਟਾਰਸ ਤੇ ਪਿਸਟਲਸ ਦੇ ਵਰ ਟੂ ਵੈਰੀ ਇੰਪੋਰਟੈਂਟ ਨਿਓਲਿਥਿਕ ਟੂਲਸ। ਹੁਣ ਨਿਓਲਿਥਿਕ ਦੇ ਦੋ ਬਹੁਤ ਹੀ ਮਹੱਤਵਪੂਰਨ ਜਿਹੜੇ ਸੰਦ ਉਹ ਮੰਨੇ ਜਾਂਦੇ ਹਨ, ਕਿਹੜੇ, ਮੋਟਾਰ ਯਾਨੀ ਕਿ ਉਖਲੀਆਂ ਐਂਡ ਪਿਸਟਲਸ ਯਾਨੀ ਕਿ ਕੋਟਣੇ, ਠੀਕ ਹੈ। ਦੇ ਵਰ ਯੂਜ਼ਡ ਫॉर ਗ੍ਰਾਈਂਡਿੰਗ ਗ੍ਰੇਨਸ। ਹੁਣ ਅਸੀਂ ਜਿਸ ਤਰ੍ਹਾਂ ਕਿ ਪੜ੍ਹਿਆ ਕਿ ਨਿਓਲਿਥਿਕ ਯੁੱਗ ਦੇ ਦੌਰਾਨ ਅਸੀਂ ਪੜ੍ਹਿਆ ਕਿ ਜਿਵੇਂ ਉਹਨਾਂ ਨੇ ਫਸਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਨਾ, ਫਿਰ ਉਹਨਾਂ ਕੋਲ ਅਨਾਜ ਵੀ ਹੁਣ ਇਕੱਠਾ ਹੋਣ ਲੱਗ ਪਿਆ ਸੀਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਉਦੋਂ ਹੁਣ ਜਿਹੜੇ ਟੂਲ ਉਸ ਸਮੇਂ ਕਿਹੜੇ ਵਰਤੇ ਗਏ, ਮੋਟਾਰ ਯਾਨੀ ਕਿ ਉਖਲੀਆਂ ਐਂਡ ਪੀਸਟਲਸ ਯਾਨੀ ਕਿ ਕੋਟਣੇ, ਇਹ ਵਰਤੇ ਗਏ ਸਨ। ਬਹੁਤ ਹੀ ਮਹੱਤਵਪੂਰਨ ਵਰਤੇ ਮੰਨੇ ਜਾਂਦੇ ਸਨ ਉਸ ਸਮੇਂ, ਕਿਉਂਕਿ ਦੇ ਵਰ ਯੂਜ਼ ਫॉर ਗ੍ਰਾਈਂਡਿੰਗ ਗ੍ਰੇਨਸ, ਹੁਣ ਉਹ ਦਾਣਿਆਂ ਨੂੰ ਪੀਸਣ ਦੇ ਲਈ ਵੀ ਵਰਤੇ ਜਾਂਦੇ ਸਨ, ਠੀਕ ਹੈ। ਸੋ ਨਿਓਲਿਥਿਕ ਟੂਲਸ ਆਰ ਕੰਪਲੀਟਲੀ ਡਿਫਰੈਂਟ ਫਰਮ ਪੈਲੀਓਲਿਥਿਕ ਟੂਲਸ। ਸੋ ਨਵੇਂ ਯੁੱਗ ਦੇ ਸੰਦ ਪੁਰਾਤਤਵ ਯੁੱਗ ਤੋਂ ਪੂਰੀ ਤਰ੍ਹਾਂ ਕਿ ਬਿਲਕੁਲ ਵੱਖਰੇ ਹਨ। ਜਿਸ ਤਰ੍ਹਾਂ ਅਸੀਂ ਪੈਲੀਓਲਿਥਿਕ ਟੂਲਸ ਬਾਰੇ ਵੀ ਗੱਲ ਕੀਤੀ ਹੈ, ਕਿੰਨੇ ਡਿਫਰੈਂਟਸ ਨੇ ਹੈ ਨਾ। ਸੋ ਦੇ ਨਿਓਲਿਥਿਕ ਟੂਲਸ ਨੇ ਐਂਡ ਪੈਲੀਓਲਿਥਿਕ ਟੂਲਸ ਨੇ, ਬਹੁਤ ਫਰਕ ਹੈ ਇਹਨਾਂ ਵਿੱਚ। ਸੋ ਨੈਕਸਟ, ਨਿਓਲਿਥਿਕ ਟੂਲਸ ਵਰ ਵੈਲ ਪੋਲਿਸ਼ਡ ਵਿਦ ਅ ਫਾਈਨ ਕਟਿੰਗ ਐਜ। ਸੋ ਕਹਿੰਦੇ ਕਿ ਜਿਹੜੇ ਨਵੇਂ ਯੁੱਗ ਦੇ ਸੰਦ ਆ ਉਹਨਾਂ ਨੂੰ ਵਧੀਆ ਕੱਟਣ ਵਾਲੀ ਕਿਨਾਰਿਆਂ ਨਾਲ ਚੰਗੀ ਤਰ੍ਹਾਂ ਪੋਲਿਸ਼ ਕੀਤਾ ਗਿਆ ਸੀ। ਸੋ ਪੈਲੀਓਲਿਥਿਕ ਟੂਲਸ ਹਾਊਐਵਰ ਕੰਟੀਨਿਊ ਟੂ ਬੀ ਮੇਡ ਐਂਡ ਯੂਜ਼ਡ। ਸੋ ਜਿਹੜੇ ਪੈਲੀਓਲਿਥਿਕ ਸੰਦ ਸਨ ਉਹ ਹਾਲਾਂਕਿ ਬਣਾਏ ਜਾਂਦੇ ਰਹੇ, ਉਦੋਂ ਵੀ ਵਰਤੇ ਜਾਂਦੇ ਰਹੇ, ਉਹ ਵੀ ਬਣਾਉਂਦੇ ਰਹੇ। ਮਤਲਬ ਇਹ ਨਹੀਂ ਕਿ ਨਿਓਲਿਥਿਕ ਆ ਗਏ ਤਾਂ ਆਪਾਂ ਪੈਲੀਓਲਿਥਿਕ ਉਹਨਾਂ ਨੇ ਬਣਾਉਣੇ ਛੱਡ ਦਿੱਤੇ ਸਨ, ਨਹੀਂ, ਉਹ ਵੀ ਵਰਤੇ ਜਾਂਦੇ ਰਹੇ ਉਸ ਸਮੇਂ ਦੌਰਾਨ। ਸੋ ਸਮ ਟੂਲਸ ਆਰ ਆਲਸੋ ਮੇਡ ਯੂਜ਼ਿੰਗ ਬੋਨਸ। ਸੋ ਕਹਿੰਦੇ ਕੁਝ ਸਨ ਹੱਡੀਆਂ ਦੀ ਵਰਤੋਂ ਕਰਕੇ ਵੀ ਬਣਾਏ ਗਏ ਸਨ। ਨਿਓਲਿਥਿਕ ਟੂਲਸ ਹੈਵ ਬੀਨ ਫਾਊਂਡ ਇਨ ਬੁਰਜ਼ਾਹਮ ਇਨ ਕਸ਼ਮੀਰ ਐਂਡ ਮਸਕੀ, ਬ੍ਰਹਮਗਿਰੀ, ਨਸੀਰਪੁਰ ਐਂਡ ਹਲੂਰ ਇਨ ਕਰਨਾਟਕ। ਸੋ ਕਹਿੰਦੇ ਕਸ਼ਮੀਰ ਵਿੱਚ ਬੁਰਜ਼ਾਹਮ ਅਤੇ ਕਰਨਾਟਕ ਵਿੱਚ ਮਸਕੀ, ਬ੍ਰਹਮਗਿਰੀ, ਨਮੀਰਪੁਰ ਅਤੇ ਹਲੂਰ ਵਿੱਚ ਨਿਓਲਿਥਿਕ ਸੰਦ ਮਿਲੇ ਹਨ। ਸੋ ਇੱਥੇ ਉਹਨਾਂ ਨੂੰ ਮਿਲੇ ਨੇ। ਸੋ ਨੈਕਸਟ ਹੈ ਵੰਡਰਫੁਲ ਟੂ ਨੋ। ਅਸੀਂ ਪੜ੍ਹਾਂਗੇ, let us understand how archaeologists find out the level of the site which is earlier or which is later। ਸੋ ਕਹਿੰਦੇ ਕਿ ਅਸੀਂ ਸਮਝਦੇ ਹਾਂ ਇਸ ਤੋਂ ਕਿ ਕਿਵੇਂ ਜੋ ਪੁਰਾਤਤਵ ਵਿਗਿਆਨੀ ਆ ਨਾ ਉਹਨਾਂ ਨੇ ਕਿਵੇਂ ਲੈਵਲ ਜਿਹੜੇ ਸਨ ਉਹਨਾਂ ਨੇ ਪਤਾ ਲਗਾਏ ਕਿ ਉਹ ਪੁਰਾਣੇ ਨੇ ਜਾਂ ਫਿਰ ਉਸ ਸਮੇਂ ਦੇ ਨੇ, ਜਾਂ ਉਸ ਤੋਂ ਪਿਛਲੇ ਕਿਹੜੇ ਸਨ ਜਾਂ ਉਸ ਸਮੇਂ ਦੇ ਕਿਹੜੇ ਸਨ। ਸੋ ਦਿਸ ਇਜ਼ ਲੈਵਲ ਆਫ ਆਰਕੀਓਲੋਜੀ। ਲੁੱਕ ਐਟ ਦ ਪਿਕਚਰ। ਸੋ ਇਮੇਜਿਨ ਦੈਟ, ਹੈ ਨਾ, ਮਤਲਬ ਅੰਦਾਜ਼ਾ ਲਗਾ ਸਕਦੇ ਹਾਂ ਆਪਾਂ ਕਿ ਪੀਪਲ ਸਟਾਰਟਡ ਲਿਵਿੰਗ ਔਨ ਅ ਫਲੈਟ ਲੈਂਡ, ਕਿ ਲੋਕਾਂ ਨੇ ਪਹਿਲਾਂ ਆਪਣਾ ਜਿਹੜਾ ਜੀਵਨ ਹੈ ਉਹ ਇੱਕ ਪੱਧਰੇ ਸਥਾਨ 'ਤੇ ਰਹਿ ਕੇ ਸ਼ੁਰੂ ਕੀਤਾ, ਜੋ ਜੀਵਨ ਦੀ ਸ਼ੁਰੂਆਤ। ਐਜ਼ ਈਅਰਸ ਪਾਸ, ਸੋ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਹੈ ਨਾ, the surface gradually rose because people threw waste material and generally stayed। ਸੋ ਕਹਿੰਦੇ ਕਿ ਜਿਹੜਾ ਕੀ ਹੋਇਆ ਉਸ ਸਮੇਂ ਦੌਰਾਨ ਕਿ ਜਿਵੇਂ ਜਿਵੇਂ ਸਮਾਂ ਲੰਘਦਾ ਰਿਹਾ ਉਹ ਜਿਹੜੀ ਥਾਂ ਸੀ ਉਹ ਉੱਚੀ ਹੁੰਦੀ ਰਹੀ ਹੈ ਨਾ। ਜਿਵੇਂ ਆਪਾਂ ਇੱਕ ਹੈ ਨਾ ਆਪਾਂ ਕਹਿ ਸਕਦੇ ਕਿ ਉਸ ਜਗ੍ਹਾ ਹੀ ਪੱਧਰੀ ਜਿਹੜੀ ਜਿੱਥੇ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ, ਹੌਲੀ ਹੌਲੀ ਸਮੇਂ ਕੀ ਹੁੰਦਾ ਕਿ ਇੱਕ ਸੱਭਿਅਤਾ ਜਿਸ ਤਰ੍ਹਾਂ ਆਈ, ਉਹਨਾਂ ਨੇ ਇੱਕ ਨਗਰ ਵਸਾਇਆ, ਉਹ ਉੱਥੇ ਰਹੇ, 50 ਸਾਲ ਰਹੇ, 100 ਸਾਲ ਰਹੇ ਹੈ ਨਾ। ਸੋ ਜਿਵੇਂ ਹੁਣ ਕੋਈ ਕੁਦਰਤੀ ਆਫਤ ਆ ਗਈ ਤਾਂ ਸਭ ਢਹਿ ਢੇਰੀ ਹੋ ਗਿਆ ਸੀ, ਉਹ ਦਬ ਗਏ।
ਜ਼ਮੀਨ ਦੇ ਵਿੱਚ ਦੱਬ ਗਏ। ਉਸ ਤੋਂ ਬਾਅਦ ਫਿਰ ਇੱਕ ਹੋਰ ਸੱਭਿਅਤਾ ਆ ਗਈ, ਉਹਨਾਂ ਨੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਉਸੇ ਤਰ੍ਹਾਂ ਉਹ ਵੀ 50-100 ਸਾਲ ਰਹੇ। ਸੋ ਫਿਰ ਹੋ ਸਕਦਾ ਕਿ ਜਿਸ ਤਰ੍ਹਾਂ ਕੋਈ ਕੁਦਰਤੀ ਆਫਤ ਆਈ, ਉਹ ਫਿਰ ਜ਼ਮੀਨ ਦੇ ਹੇਠਾਂ ਦੱਬ ਗਏ। ਇਸ ਤਰ੍ਹਾਂ ਕੀ ਹੋਇਆ, ਲੈਵਲ ਦੇ ਲੈਵਲ ਬਣਦੇ ਗਏ, ਹੈ ਨਾ। ਸੋ ਇਸ ਤਰ੍ਹਾਂ ਕਿ ਬਿਕੋਜ਼ ਐਜ਼ ਈਅਰ ਪਾਸ ਦ ਸਰਫੇਸ ਗ੍ਰੈਜੂਅਲੀ ਰੋਜ਼, ਇਸ ਤਰ੍ਹਾਂ ਸਰਫੇਸ ਜਿਹੜਾ ਹੈ ਉਹ ਵੱਧਦਾ ਗਿਆ, ਹੈ ਨਾ। ਬਿਕੋਜ਼ ਕਿਉਂਕਿ ਪੀਪਲ ਥਰੋ ਵੇਸਟ ਮਟੀਰੀਅਲਸ, ਹੈ ਨਾ, ਕਿਉਂਕਿ ਲੋਕਾਂ ਨੇ ਉੱਥੇ ਜੋ ਵੇਸਟ ਮਟੀਰੀਅਲ ਸੀ ਉਹ ਵੀ ਉਹ ਸੁੱਟਦੇ ਰਹੇ, ਜਿਵੇਂ ਜਿਵੇਂ ਚੀਜ਼ਾਂ ਵਰਤਦੇ ਰਹੇ ਰਹਿੰਦੇ ਸਨ, ਹੈ ਨਾ। ਸੋ ਐਂਡ ਜਨਰਲੀ ਸਟੇਟ, ਅਤੇ ਉੱਥੇ ਵਸਦੇ ਸੀ। ਐਂਡ ਕੰਸਟਰਕਟਿਡ ਹਾਊਸਿਸ ਇਨ ਦਾ ਸੇਮ ਏਰੀਆ, ਉਸੇ ਹੀ ਥਾਵਾਂ 'ਤੇ ਉਹ ਘਰ ਬਣਾਉਂਦੇ ਰਹੇ। ਨਵੀਂ ਤੋਂ ਨਵੀਂ ਸੱਭਿਅਤਾ ਆਉਂਦੀ ਗਈ, ਕੁਦਰਤੀ ਆਫਤਾਂ ਆਉਂਦੀਆਂ ਰਹੀਆਂ, ਤਾਂ ਨਵੇਂ ਨਵੇਂ ਲੋਕ ਉੱਥੇ ਵਸਦੇ ਰਹੇ। ਇਸ ਤਰ੍ਹਾਂ ਲੈਵਲਸ ਜਿਹੜੇ ਨੇ ਉਹ ਅਪ ਹੁੰਦੇ ਗਏ, ਰੋਜ਼ ਹੁੰਦੇ ਗਏ, ਹੈ ਨਾ। ਸੋ ਐਂਡ ਕੰਸਟਰਕਟਡ ਹਾਊਸ ਇਨ ਦਾ ਸੇਮ ਏਰੀਆ। ਸੋ ਅ ਮਾਊਂਡ ਇਜ਼ ਫਾਊਂਡ, ਸੋ ਇਸ ਤਰੀਕੇ ਨਾਲ ਢੇਰ ਲੱਗਦੇ ਗਏ। ਮਾਊਂਡ ਕੀ ਹੁੰਦਾ ਹੈ, ਢੇਰ, ਢੇਰੀਆਂ ਲੱਗਦੀਆਂ ਗਈਆਂ ਇਸ ਤਰੀਕੇ ਨਾਲ, ਹੈ ਨਾ। ਅਤੇ ਆਫਟਰ ਕੰਟੀਨਿਊਸ ਡਿਪੋਜੀਸ਼ਨ ਆਫ ਵੇਸਟ ਮਟੀਰੀਅਲ, ਕਿਸ ਤੋਂ ਬਾਅਦ ਲੱਗਦੀਆਂ ਗਈਆਂ, ਵੇਸਟ ਮਟੀਰੀਅਲ ਦੇ ਇਕੱਠੇ ਹੋਣ ਕਰਕੇ, ਕੰਟੀਨਿਊਸ ਲਗਾਤਾਰ ਜਿਵੇਂ ਜਿਵੇਂ ਉਹ ਲੈਵਲਸ ਇਸ ਤਰੀਕੇ ਨਾਲ ਬਣਦੇ ਗਏ, ਢੇਰੀਆਂ ਦੇ ਹੀ ਲੈਵਲਸ ਬਣਦੇ ਗਏ, ਠੀਕ ਹੈ, ਲਗਾਤਾਰ। ਸੋ ਵੈਨ ਦਿਸ ਮਾਊਂਡ ਇਜ਼ ਡਗ ਅਪ, ਹੁਣ ਜਦੋਂ ਇਸ ਢੇਰੀਆਂ ਦੀ ਖੁਦਾਈ ਕੀਤੀ ਗਈ, ਢੇਰ ਜੋ ਲੱਗਿਆ, ਹੈ ਨਾ, ਜੋ ਮਾਊਂਡ ਯਾਨੀ ਕਿ ਢੇਰ ਜੋ ਲੱਗਿਆ ਉਸਦੀ ਡਗ ਅਪ ਯਾਨੀ ਕਿ ਖੁਦਾਈ ਕੀਤੀ ਗਈ, ਦਾ ਆਬਜੈਕਟਸ ਫਾਊਂਡ ਇਨ ਦਾ ਅਪਰ ਲੇਅਰਸ ਆਰ ਆਫ ਲੇਟਰ ਟਾਈਮਸ। ਹੁਣ ਦੇਖੋ ਜੋ ਜੋ ਬਾਅਦ ਵਿੱਚ ਹੁੰਦਾ ਗਿਆ ਉਹ ਉੱਪਰ ਉੱਪਰ ਆਉਂਦਾ ਗਿਆ, ਹੈ ਨਾ। ਸੋ ਜਿਹੜਾ ਨੀਚੇ ਨੂੰ ਦੱਬਦੇ ਗਏ ਜਿਹੜੇ ਲੈਵਲ ਸੀਗੇ, ਲੈਵਲਸ ਕਿਵੇਂ ਬਣੇ, ਜਿਵੇਂ ਸਭ ਤੋਂ ਪਹਿਲਾਂ ਆਪਾਂ ਅੰਦਾਜ਼ਾ ਲਗਾਈਏ, ਕੋਈ ਇੱਕ ਸੱਭਿਅਤਾ ਆਈ, ਉਹਨਾਂ ਦਾ ਇੱਕ ਲੈਵਲ ਬਣਿਆ। ਕੁਦਰਤੀ ਆਫਤ ਆਉਣ ਨਾਲ, ਜਿਵੇਂ 50-100 ਸਾਲ ਵਸੇ, ਹੈ ਨਾ, ਜਿਸ ਤਰ੍ਹਾਂ ਆਪਾਂ ਗੱਲ ਕੀਤੀ। ਸੋ ਕੁਦਰਤੀ ਆਫਤ ਆਈ, ਇੱਕ ਹੋਰ ਲੈਵਲ ਹੋ ਗਿਆ, ਹੈ ਨਾ। ਉਹ ਉਸ ਤਰੀਕੇ ਦੇ ਨਾਲ ਉਹ ਅੱਗੇ ਅੱਗੇ ਹੁੰਦਾ ਗਿਆ, ਹੈ ਨਾ। ਫਿਰ ਕੁਦਰਤੀ ਆਫਤ ਆਈ, ਹੋਰ ਕੋਈ ਸੱਭਿਅਤਾ ਆ ਕੇ ਵਸ ਗਈ, ਕੋਈ ਹੋਰ ਟਰਾਈਬ ਦੇ ਲੋਕ ਆਏ। ਸੋ ਇਸ ਤਰੀਕੇ ਨਾਲ ਉਹ ਹੁਣ ਜਿਹੜੀ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਿਹਦੀ ਗੱਲ ਕੀਤੀ, ਇੱਕ ਅੰਦਾਜ਼ਾ ਹੀ ਲਗਾਇਆ, ਹੈ ਨਾ, ਉਹ ਲੈਵਲ ਤਾਂ ਸਭ ਤੋਂ ਥੱਲੇ ਰਹਿ ਗਿਆ। ਨਵੀਂ ਨਵੀਂ ਜਿਹੜੀ ਆਉਂਦੀ ਗਈ ਉਹ ਉੱਪਰ ਉੱਪਰ ਹੁੰਦੀ ਗਈ, ਹੈ ਨਾ। ਸੋ ਉਵੇਂ ਹੀ ਉਹਨਾਂ ਨੇ ਕਿਹਾ ਕਿ ਜੋ ਅਪਰ ਲੇਅਰ ਵਾਲੇ ਲੈਵਲ ਸੀਗੇ, ਹੈ ਨਾ, ਅਪਰ ਲੇਅਰਸ 'ਤੇ ਸੀ, ਜੋ ਆਬਜੈਕਟਸ ਫਾਊਂਡ ਇਨ ਦਾ ਅਪਰ ਲੇਅਰ ਆਫ ਲੇਟਰ ਟਾਈਮ, ਬਾਅਦ ਵਾਲੇ ਸਮੇਂ ਦੇ ਸੀ, ਹੈ ਨਾ। ਸੋ ਬਾਅਦ ਵਾਲੇ ਸੀਗੇ। ਦੈਟ ਵਾਟ ਇਜ਼ ਫਾਊਂਡ ਫਰੋਮ ਦਾ ਲੋਅਰ ਲੇਅਰਸ ਆਫ ਦਾ ਮਾਊਂਡ, ਦੈਨ ਵਾਟ ਇਜ਼ ਫਾਊਂਡ, ਨੀਚੇ ਵਾਲੇ ਲੇਅਰ ਤੋਂ ਬਾਅਦ ਵਾਲੇ ਤੋਂ ਉੱਪਰ ਵਾਲੇ ਸੀ। ਜਿਹੜੇ ਨੀਚੇ ਲੇਅਰਸ ਇਕੱਠੀਆਂ ਹੋਈਆਂ ਪਈਆਂ ਸੀ, ਨੀਚੇ ਢੇਰੀਆਂ ਸੀਗੀਆਂ, ਹੈ ਨਾ, ਮਾਊਂਡ ਦੇ ਵਿੱਚ। ਸੋ ਉਹ ਤਾਂ ਪੁਰਾਣੀਆਂ ਸੀਗੀਆਂ, ਉਹ ਪਹਿਲਾਂ ਵਾਲੀਆਂ ਸੀਗੀਆਂ, ਠੀਕ ਹੈ। ਸੋ ਐਂਡ ਵਾਟ ਐਵਰ ਇਜ਼ ਡਿਸਕਵਰਡ ਇਨ ਦਾ ਲੋਅਰ ਲੇਅਰ ਇਜ਼ ਕੰਸੀਡਰਡ ਟੂ ਬੀ ਆਫ ਓਲਡਰ ਟਾਈਮ। ਸੋ ਲੋਅਰ ਲੇਅਰ ਵਾਲੀ ਜਿਹੜੀ ਸੀ ਉਹ ਪੁਰਾਣੇ ਸਮੇਂ ਸੀ। ਸੋ ਦੀਜ਼ ਅਪਰ ਐਂਡ ਲੋਅਰ ਲੇਅਰਸ ਆਰ ਨੋਨ ਐਜ਼ ਲੈਵਲਸ। ਸੋ ਹੁਣ ਅਸੀਂ ਇੱਥੋਂ ਇਹ ਸਮਝਿਆ ਕਿ ਜਿਹੜੇ ਅਪਰ ਅਤੇ ਲੋਅਰ ਲੈਵਲਸ, ਟੋਟਲ ਲੇਅਰਸ ਜੋ ਸੀਗੀਆਂ, ਹੈ ਨਾ, ਸੋ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਲੈਵਲਸ ਕਿਹਾ ਜਾਂਦਾ ਹੈ, ਠੀਕ ਹੈ। ਸੋ ਨੈਕਸਟ ਹੈ ਪੋਟਰੀ। ਹੁਣ ਅਸੀਂ ਗੱਲ ਕਰਾਂਗੇ ਅਬਾਊਟ ਪੋਟਰੀ, ਯਾਨੀ ਕਿ ਭਾਂਡਿਆਂ ਬਾਰੇ, ਕਿ ਭਾਂਡਿਆਂ ਦੀ ਕਿਵੇਂ ਸ਼ੁਰੂ ਹੋਈ, ਬਰਤਨਾਂ ਦੀ ਵਰਤੋਂ ਕਿਸ ਤਰ੍ਹਾਂ ਸਟਾਰਟ ਹੋਈ। ਫਾਰਮਿੰਗ ਗੇਵ ਰਾਈਜ਼ ਟੂ ਪੋਟਰੀ ਮੇਕਿੰਗ। ਸੋ ਕਹਿੰਦੇ ਕਿ ਖੇਤੀ ਨੇ ਬਰਤਨ ਬਣਾਉਣ ਨੂੰ ਵਾਧਾ ਦਿੱਤਾ, ਹੈ ਨਾ, ਕਿ ਖੇਤੀ ਕਰਕੇ ਬਰਤਨ ਬਣਨੇ ਸ਼ੁਰੂ ਹੋਏ ਨੇ। ਹੁਣ ਜਿਸ ਤਰ੍ਹਾਂ ਉਹ ਅਨਾਜ ਵਗੈਰਾ ਹੁਣ ਉਹਨਾਂ ਨੇ ਉਗਾਉਣਾ ਸੀ, ਅਨਾਜ ਉਹਨਾਂ ਕੋਲ ਇਕੱਠਾ ਹੋ ਜਾਂਦਾ ਸੀ, ਹੋ ਸਕਦਾ ਉਹਨਾਂ ਨੂੰ ਭਾਂਡਿਆਂ ਦੀ ਜ਼ਰੂਰਤ ਪਈ ਹੋਵੇ, ਬਰਤਨਾਂ ਦੀ। ਸੋ ਐਟ ਫਸਟ ਦੇ ਸਟੋਰ ਦ ਗ੍ਰੇਨਸ ਇਨ ਲਾਰਜ ਬਾਸਕਟਸ ਔਰ ਦੇ ਪ੍ਰੀਜ਼ਰਵਡ ਇਟ ਇਨ ਪਿਟਸ ਔਰ ਟ੍ਰੈਂਚਸ ਦੈਟ ਦੇ ਡਗ ਬਿਲੋ ਦ ਗਰਾਊਂਡ। ਸੋ ਕਹਿੰਦੇ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਅਨਾਜ ਨੂੰ ਵੱਡੀਆਂ ਟੋਕਰੀਆਂ ਵਿੱਚ, ਲਾਰਜ ਬਾਸਕਟ ਯਾਨੀ ਕਿ ਵੱਡੀਆਂ ਟੋਕਰੀਆਂ ਵਿੱਚ ਜਮ੍ਹਾਂ ਕਰ ਦਿੱਤਾ, ਸਟੋਰ ਯਾਨੀ ਕਿ ਜਮ੍ਹਾਂ ਕੀਤਾ, ਔਰ ਦੇ ਪ੍ਰੀਜ਼ਰਵਡ ਇਟ ਇਨ ਪਿਟਸ, ਔਰ ਜਾਂ ਫਿਰ ਉਹ ਉਹਨਾਂ ਨੂੰ ਟੋਏ ਜਾਂ ਖਾਈ ਵਿੱਚ ਸੁਰੱਖਿਅਤ ਕਰਦੇ ਸਨ। ਪਿਟਸ ਕੀ ਹੁੰਦਾ ਹੈ, ਭੋਰੇ ਹੋ ਗਏ, ਟੋਏ ਹੋ ਗਏ, ਹੈ ਨਾ, ਔਰ ਟ੍ਰੈਂਚਿਸ ਦੈਟ ਦੇ ਡਗ ਬਿਲੋ ਦਾ ਗਰਾਊਂਡ, ਜੋ ਕਿ ਉਹ ਜ਼ਮੀਨ ਦੇ ਹੇਠਾਂ ਖੁਦਾਈ ਕਰਕੇ ਨਾ ਉੱਥੇ ਰੱਖ ਦਿੰਦੇ ਸੀ, ਆਪਣਾ ਜੋ ਅਨਾਜ ਸੀ ਉੱਥੇ ਸੁਰੱਖਿਅਤ ਕਰਦੇ ਸਨ, ਠੀਕ ਹੈ। ਸਟੋਰੇਜ ਆਫ ਗ੍ਰੇਨਸ till the next cultivation season created the need of poultry। ਸੋ ਅਗਲੀ ਕਾਸ਼ਤ ਦੇ ਮੌਸਮ ਤੱਕ ਅਨਾਜ ਜੋ ਵੀ ਉਹ ਸਾਂਭ ਕੇ ਰੱਖਣਾ ਹੁੰਦਾ ਸੀ ਉਹਨਾਂ ਨੇ, ਤਾਂ ਉਸਨੇ ਬਰਤਨ ਦੀ ਜ਼ਰੂਰਤ ਪੈਦਾ ਕਰ ਦਿੱਤੀ। ਸੋ ਇਸ ਤਰੀਕੇ ਨਾਲ ਉਹਨਾਂ ਨੂੰ ਬਰਤਨ ਦੀ ਜ਼ਰੂਰਤ ਪੈਦਾ ਹੋ ਗਈ, ਠੀਕ ਹੈ। ਮੈਨੀ ਕਾਈਂਡਸ ਆਫ ਅਰਦਨ ਪੋਟਸ were used by the Neolithic people। ਨਵੇਂ ਯੁੱਗ ਦੇ ਲੋਕ ਦੁਆਰਾ ਨਾ ਬਹੁਤ ਸਾਰੇ ਕਿਸਮਾਂ ਦੇ ਮਿੱਟੀ ਦੇ ਭਾਂਡੇ ਵਰਤੇ ਗਏ ਸਨ। ਸੋ ਦੇ were plain, ਉਹ ਸਾਦੇ ਵੀ ਸਨ, ਡਿਫਰੈਂਟ ਇਨ ਕਲਰ, ਰੰਗ ਦੇ ਵਿੱਚ ਵੱਖਰੇ ਸਨ, ਐਂਡ ਹੈਡ ਡੈਕੋਰੇਸ਼ਨਸ ਔਨ ਦੈਮ, ਅਤੇ ਉਹਨਾਂ ਉੱਤੇ ਸਜਾਵਟ ਵੀ ਸੀ। ਸੋ ਅਰਦਨ ਪੋਟਸ ਵਰ ਆਲਸੋ ਯੂਜ਼ ਫॉर ਕੁਕਿੰਗ ਫੂਡਸ। ਸੋ ਕਹਿੰਦੇ ਕਿ ਜਿਹੜੇ ਮਿੱਟੀ ਦੇ ਭਾਂਡੇ ਸਨ, ਬਰਤਨ ਸਨ, ਉਹ ਵੀ ਖਾਣਾ ਪਕਾਉਣ ਲਈ ਵੀ ਵਰਤੇ ਜਾਂਦੇ ਸਨ।
ਕਲੋਥ ਮੇਕਿੰਗ ਆਲਸੋ ਸਟਾਰਟਡ ਡਿਊਰਿੰਗ ਦਿਸ ਏਜ। ਸੋ ਇਸ ਯੁੱਗ ਦੇ ਦੌਰਾਨ ਕੱਪੜੇ ਬਣਾਉਣ ਦੀ ਵੀ ਸ਼ੁਰੂਆਤ ਹੋਈ। ਦੇ ਵੋਵ ਕਲੋਥਸ, ਸੋ ਉਹ ਕੱਪੜੇ ਬੁਣਦੇ ਸਨ ਯੂਜ਼ਿੰਗ ਡਿਫਰੈਂਟ ਕਾਈਂਡਸ ਆਫ ਮਟੀਰੀਅਲਸ, ਭਾਂਤ ਭਾਂਤ ਦੀਆਂ ਕਿਸਮਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਕੇ ਉਹ ਬੁਣਦੇ ਸਨ ਕੱਪੜੇ। ਸੋ ਕੋਟਨ ਬਿਗਨ ਟੂ ਬੀ ਗਰੋਨ ਡਿਊਰਿੰਗ ਦਿਸ ਟਾਈਮ। ਸੋ ਇਸ ਸਮੇਂ ਹੀ ਦੌਰਾਨ ਕਪਾਹ ਵੀ ਉਗਾਈ ਜਾਣ ਲੱਗੀ। ਨਰਮਾ, ਕਪਾਹ, ਕੋਟਨ ਨੂੰ ਨਰਮਾ ਕਹਿ ਸਕਦੇ ਹਾਂ, ਕਪਾਹ ਕਹਿ ਸਕਦੇ ਹਾਂ। ਸੋ ਇਸ ਤਰ੍ਹਾਂ ਉਹ ਉਗਾਈ ਜਾਣ ਲੱਗੀ।